ਸਤਿ ਸ੍ਰੀ ਅਕਾਲ। ਰੋਜ਼ਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਅਰਪਨ ਕੌਰ। ਸੋ ਦੋਸਤੋ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਾਤਾਰ ਕਿ ਅਸੀਂ ਤੁਹਾਨੂੰ ਵੱਖ-ਵੱਖ ਲੋਕਾਂ ਦੇ ਨਾਲ ਮਿਲਵਾ ਸਕੀਏ। ਸੋ ਅੱਜ ਸਾਡੇ ਨਾਲ ਜਸਲੀਨ ਪਟਿਆਲਾ ਤੋਂ ਜੁੜੇ ਹੋਏ ਹਨ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਉਹ ਵੀ ਸਮਾਜਿਕ ਮੁੱਦਿਆਂ ਤੇ ਆਪਣੀ ਰਾਏ ਰੱਖਦੇ ਰਹਿੰਦੇ ਹਨ। ਹਾਲਾਂਕਿ ਉਹਨਾਂ ਦੀ ਆਪਣੀ ਜਿਹੜੀ ਕਹਾਣੀ ਹੈ ਉਹ ਬਹੁਤ ਸਮਾਜ ਨਾਲੋਂ ਵੱਖਰੀ ਹੈ, ਪਰ ਫਿਰ ਵੀ ਉਹਨਾਂ ਨੇ ਆਪਣੇ ਜਿਉਣ ਦੇ ਢੰਗ ਨੂੰ ਉਸੇ ਤਰ੍ਹਾਂ ਦੇ ਨਾਲ ਸਵੀਕਾਰ ਕੇ ਇੱਕ ਚੰਗੀ ਉਦਾਹਰਨ ਜਿਹੜੀ ਹੈ ਉਹ ਸੈੱਟ ਕੀਤੀ ਹੈ। ਸੋ ਆਓ ਪਹਿਲਾਂ ਜਸਲੀਨ ਹੁਣਾਂ ਦਾ ਸਵਾਗਤ ਕਰਦੇ ਹਾਂ। ਜੀ ਜਸਲੀਨ, ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਜਸਲੀਨ, ਜਿਵੇਂ ਇਸ ਵੇਲੇ ਲਾਕਡਾਊਨ ਚੱਲ ਰਿਹਾ ਹੈਗਾ ਆ, ਸੋ ਕਿਹੜੀਆਂ ਦਿੱਕਤਾਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ? ਦੇਖੋ, ਆਮ ਪਬਲਿਕ ਨੂੰ ਤਾਂ ਦਿੱਕਤਾਂ ਆ ਹੀ ਰਹੀਆਂ ਨੇ। ਦੇਖੋ, ਜਿਹੜੇ ਡੇਲੀ ਦੇ ਰੂਟੀਨ ਵਰਕ ਚ ਕੰਮ ਕਰਦੇ ਨੇ ਨਾ, ਮੈਂ ਵੀ ਆਮ ਪਬਲਿਕ ਤੋਂ ਹੀ ਬਿਲੋਂਗ ਕਰਦੀ ਹਾਂ। ਬੇਸ਼ੱਕ ਮੈਂ ਥਰਡ ਜੈਂਡਰ ਆਪਣਾ ਕਮਾ ਕੇ ਖਾਂਦੀ ਹਾਂ ਤੇ ਬਟ ਪਹਿਲਾਂ ਮੈਂ ਆਪਣਾ ਹੋਮ ਕੇਅਰ ਦਾ ਕੰਮ ਕਰਦੀ ਸੀ। ਹੁਣ ਇਸ ਟਾਈਮ ਹੋਮ ਕੇਅਰ ਦਾ ਕੰਮ ਵੀ ਨਹੀਂ ਹੈਗਾ। ਜੇ ਖਾਸ ਕਰਕੇ ਗੱਲ ਕਰੀ ਜਾਵੇ ਮੇਰੀ ਕਮਿਊਨਿਟੀ ਦੀ, ਜਿਸ ਕਮਿਊਨਿਟੀ ਤੋਂ ਮੈਂ ਬਿਲੋਂਗ ਕਰਦੀ, ਥਰਡ ਜੈਂਡਰਸ ਲੋਕ ਜਿਹੜੇ ਵਧਾਈ ਲੈਣ ਚਾਹੁੰਦੇ ਨੇ ਘਰਾਂ ਦੇ ਵਿੱਚ, ਇਸ ਟਾਈਮ ਉਹਨਾਂ ਦਾ ਵੀ ਬਿਲਕੁਲ ਬੰਦ ਹੋ ਚੁੱਕਿਆ ਹੈ ਤੇ ਸਰਕਾਰ ਵੱਲੋਂ ਸਾਨੂੰ ਕੋਈ ਮਤਲਬ ਕਿ ਕੋਈ ਹੈਲਪ ਨਹੀਂ ਕੀਤੀ ਜਾ ਰਹੀ ਇਸ ਟਾਈਮ ਨਾ। ਕੋਈ ਮਤਲਬ ਕੋਈ ਸਾਡੇ ਲਈ ਜਾਂ ਆਮ ਪਬਲਿਕ ਲਈ ਸਰਕਾਰ ਕਿੰਨਾ ਕੁਝ ਕਰ ਰਹੀ ਹੈ। ਜੀ ਜਸਲੀਨ, ਤੁਸੀਂ ਆਪ ਤਾਂ ਸਰਵਾਈਵ ਕਰ ਰਹੇ ਹੋ ਔਰ ਜਿਵੇਂ ਕਿ ਤੁਸੀਂ ਦੱਸਿਆ ਕਿ ਫਿਲਹਾਲ ਜੌਬ ਨਹੀਂ ਕਰ ਰਹੇ, ਬਟ ਫਿਰ ਵੀ ਜਿਹੜਾ ਹੈਗਾ ਤੁਸੀਂ, ਬਟ ਜਿਹੜੇ ਤੁਹਾਡੇ ਨਾਲ ਕਈ ਹੋਰ ਜਿਹੜੇ ਤੁਹਾਡੇ ਸਾਥੀ ਨੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਵੋਗੇ ਜੋ ਕਿ ਥਰਡ ਜੈਂਡਰ ਹਨ, ਉਹਨਾਂ ਦੇ ਇਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ? ਦੇਖੋ, ਪੰਜੇ ਉਂਗਲਾਂ ਤਾਂ ਜੀ ਇਕਸਾਰ ਨਹੀਂ ਹੁੰਦੀਆਂ। ਕੁਝ ਥਰਡ ਜੀ ਜੈਂਡਰਸ ਤੁਹਾਨੂੰ ਪਤਾ ਹੈ ਨਾ ਕਿ ਪਰਮਾਤਮਾ ਨੇ ਉਹਨਾਂ ਤੇ ਬੜੀ ਮਿਹਰ ਰਸਵੱਲੀ ਆ, ਉਹਨਾਂ ਕੋਲ ਵਧੀਆ ਪੈਸਾ ਹੋਊਗਾ ਤੇ ਉਹਦਾ ਇਸ ਟਾਈਮ ਆਪਣਾ ਵਧੀਆ ਬੈਠ ਕੇ ਖਾ ਰਹੇ ਨੇ। ਕੁਝ ਥਰਡ ਜੈਂਡਰਸ ਇਹੋ ਜਿਹੇ ਨੇ ਜਿਹੜੇ ਬਿਲਕੁਲ ਵਿਚਾਰੇ ਗਰੀਬ ਨੇ, ਪੂਅਰ ਨੇ, ਮਿਡਲ ਕਲਾਸ ਤੋਂ ਬਿਲੋਂਗ ਕਰਦੇ ਨੇ ਨਾ, ਉਹਨਾਂ ਲਈ ਬਹੁਤ ਔਖਾ ਹੋ ਗਿਆ ਇਸ ਟਾਈਮ। ਜੀ ਕਿਉਂਕਿ ਖੁਦ ਉਹ ਦੇਖੋ, ਘਰਾਂ 'ਚ ਵਧਾਈਆਂ ਤੁਹਾਨੂੰ ਪਤਾ ਬਿਲਕੁਲ ਬੰਦ ਹੋ ਗਈਆਂ ਨਾ, ਨਾ ਤਾਂ ਬਿਲਕੁਲ ਕਿਸੇ ਦੇ ਜਾ ਰਹੇ ਆ ਹਨਾ। ਖੁਦ ਕੀ ਲਾਕਡਾਊਨ ਚੱਲ ਰਿਹਾ, ਲਾਕਡਾਊਨ ਦਾ ਮਤਲਬ ਹੀ ਹੈ ਵੀ ਆਪਣੇ ਘਰ 'ਚ ਰਹੋ ਤੇ ਥਰਡ ਜੈਂਡਰਸ ਵੀ ਘਰ ਬੈਠੇ, ਉਹਨਾਂ ਲਈ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਵੀ ਕਰਨਾ ਪੈ ਰਿਹਾ ਇਸ ਟਾਈਮ ਦੇ ਨਾਲ। ਜੀ ਸੋ ਕੀ ਲੱਗਦਾ ਹੈ ਇਸ ਦੌਰ ਦੇ ਵਿੱਚ ਜਿਹੜਾ ਹੈਗਾ ਸਰਕਾਰ ਨੂੰ, ਜਿੱਥੇ ਕਾਫੀ ਵੱਡੇ ਵੱਡੇ ਪੈਕੇਜ ਦੇ ਜਿਹੜਾ ਹੈਗਾ ਪੂਰੇ ਦੇਸ਼ ਦੀ ਆਰਥਿਕਤਾ ਦੇ ਲਈ ਦੇ ਰਹੀ ਆ, ਤਾਂ ਕੀ ਥਰਡ ਜੈਂਡਰ ਜਿਹੜੇ ਨੇ ਉਹਨਾਂ ਦੀ ਮਦਦ ਵੀ ਸਰਕਾਰ ਵੱਲੋਂ ਕੀਤੀ ਜਾਊਗੀ? ਦੇਖੋ ਜੀ, ਸਰਕਾਰ ਨੇ ਸਾਡੇ ਲਈ 2015 ਚ ਸੁਪਰੀਮ ਕੋਰਟ ਨੇ ਇੱਕ ਲਾਅ ਬਣਾਇਆ ਸੀਗਾ, ਜਿਹਦੇ ਵਿੱਚ ਇਹ ਦੱਸਿਆ, ਇਹ ਜਿਸ ਲਾਅ ਵਿੱਚ ਇਹ ਹੈ ਕਿ ਜਿਹੜੇ ਥਰਡ ਜੈਂਡਰਸ ਲੋਕ ਨੇ, ਜਿਹੜੇ ਜਿਵੇਂ LGBT ਕਮਿਊਨਿਟੀ ਕਹਿੰਦੇ ਆ ਜਿਹਨੂੰ ਆਪਾਂ ਨਾ, ਮਤਲਬ ਕਿ ਜਿਹਦੇ ਵਿੱਚ ਲੈਸਬੀਅਨਸ, ਗੇਜ਼, ਟਰਾਂਸਜੈਂਡਰਸ ਤੇ ਅਦਰਸ ਲੋਕ ਨੇ, ਉਹਦੇ ਵਿੱਚ 3-4 ਕਮਿਊਨਿਟੀਆਂ ਨੂੰ ਸੁਪਰੀਮ ਕੋਰਟ ਨੇ ਮੁੱਖ ਰੱਖਦੇ ਹੋਏ ਇੱਕ ਲਾਅ ਬਣਾਇਆ ਸੀ ਕਿ ਇਹਨਾਂ ਕਮਿਊਨਿਟੀਆਂ ਦੀ ਜੌਬਸ ਤੇ ਇਸ ਕਮਿਊਨਿਟੀ ਨੂੰ ਮਤਲਬ ਕਿ ਬਣਦਾ ਹੱਕ ਦੇਣਾ ਬਣਦਾ ਹੈ। ਸਰਕਾਰਾਂ ਨੂੰ ਮਤਲਬ ਕਿ ਨੋਟੀਫਿਕੇਸ਼ਨ ਜਾਰੀ ਕਰਿਆ ਸੀ, ਕਾਨੂੰਨ ਬਣਾਇਆ ਸੀ, ਪਰ ਉਸ ਕਾਨੂੰਨ ਦੇ ਵਿੱਚ ਤਾਂ ਬਿਲਕੁਲ ਹੀ ਸਾਡੇ ਲਈ ਕੋਈ ਕਦੇ ਅੱਜ ਤੱਕ ਜੌਬ ਹੀ ਨਹੀਂ ਨਿਕਲੀ ਜੀ ਪੰਜਾਬ 'ਚ। ਤੇ ਰਹੀ ਗੱਲ ਪੈਕੇਜਾਂ ਦੀ ਜੀ, ਸਾਨੂੰ ਤਾਂ ਅੱਜ ਤੱਕ ਸਾਡਾ ਤਾਂ ਜੀ ਦੇਖੋ, ਸਾਡੀ ਵੋਟ ਜ਼ਰੂਰ ਬਣੀ ਆ, ਖਾਸ ਕਰਕੇ ਮੇਰੀ ਜਾਂ ਮੇਰੀ ਥਰਡ ਜੈਂਡਰ ਲੋਕਾਂ ਦੀ ਵੋਟ ਹੈ, ਅਸੀਂ ਵੋਟ ਪਾਉਂਦੇ ਵੀ ਹਾਂ, ਸਾਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ। ਅੱਛਾ, ਤੁਹਾਨੂੰ ਇਦਾਂ ਕਿਉਂ ਲੱਗਦਾ ਕਿ ਤੁਹਾਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈ? ਕਿਉਂਕਿ ਦੇਖੋ, ਵੋਟ ਪਾਉਣ ਦਾ ਫਾਇਦਾ ਤਾਂ ਮੰਨੀਏ ਜੇ ਸਾਡੇ ਲਈ ਸਰਕਾਰ ਕੁਛ ਕਰੇ, ਸਾਡੇ ਲਈ ਕੁਛ ਕਰੇ, ਸਾਡੀ ਕੋਈ ਜੌਬਸ, ਸਾਡੇ ਹੁਣ ਦੇਖੋ ਜੌਬ ਪਿੱਛੇ ਤੁਸੀਂ ਦੇਖਿਆ ਕਿ ਪਿਛਲੇ ਸਾਲ ਦੀ ਗੱਲ ਹੈ, ਜੂਨ ਜੁਲਾਈ ਦੇ ਵਿੱਚ 287 ਨਰਸਿਸ ਦੀਆਂ ਪੋਸਟਾਂ ਨਿਕਲੀਆਂ। ਉਹਨਾਂ ਨਰਸਾਂ ਦੇ ਵਿੱਚ ਉਹਨਾਂ ਨੇ ਥਰਡ ਜੈਂਡਰ ਮੇਲ ਔਰ ਫੀਮੇਲ ਦੀ ਪੋਸਟ ਕੱਢੀ ਸੀ, ਅਦਰ ਦੀ ਪੋਸਟ ਨਹੀਂ ਸੀ ਕੱਢੀ। ਪੰਜਾਬ ਪੁਲਿਸ 'ਚ ਜਿਵੇਂ ਵੈਕੈਂਸੀਆਂ ਨਿਕਲਦੀਆਂ ਨੇ, ਤਾਂ ਸਾਡੇ ਲਈ ਕਦੇ ਵੈਕੈਂਸੀ ਕੱਢੀ ਨਹੀਂ ਅੱਜ ਤੱਕ ਇਹਨਾਂ ਨੇ ਕਿ ਹਾਂ ਅਦਰਸ ਲੋਕ, ਹਾਲਾਂਕਿ ਕੁਛ ਅਦਰਸ ਲੋਕ ਨੇ ਜਿਹੜੇ ਪੜ੍ਹੇ ਲਿਖੇ ਨੇ, ਅੱਗੇ ਆਉਣਾ ਚਾਹੁੰਦੇ ਨੇ, ਪਰ ਉਹ ਸਮਾਜ ਤੋਂ ਦੱਬੇ ਕੁੱਟੇ ਹੋਏ ਨੇ। ਕਿਸ ਕਾਰਨ? ਕਿ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਹੀ ਨਹੀਂ ਜਾ ਰਿਹਾ। ਜੀ ਤੇ ਕੀ ਲੱਗ ਰਿਹਾ ਇਸ ਲਾਕਡਾਊਨ ਤੋਂ ਬਾਅਦ ਜਿਹੜੇ ਹਾਲਾਤ ਨੇ, ਜਿਵੇਂ ਤੁਸੀਂ ਦੱਸਿਆ ਕਿ ਵਧਾਈਆਂ ਮੰਗਣ ਚਲੇ ਜਾਂਦੇ ਸੀਗੇ ਜਾਂ ਕੋਈ ਵੀ ਖੁਸ਼ੀ ਦੇ ਮੌਕੇ ਤੇ ਚਲੇ ਜਾਂਦੇ ਸੀ, ਉਹੀ ਉਹਨਾਂ ਦੀ ਜਿਹੜੀ ਆਮਦਨੀ ਸੀਗੀ ਉਹ ਰਹਿੰਦੀ ਸੀ, ਤਾਂ ਫਿਲਹਾਲ ਇਹ ਕੁਝ ਨਹੀਂ ਹੋ ਰਿਹਾ ਹੈਗਾ, ਤਾਂ ਕੀ ਇਹਦੇ ਤੇ ਕਾਫੀ ਮਾੜਾ ਅਸਰ ਜਿਹੜਾ ਜਾ ਰਿਹਾ ਹੈਗਾ ਉਹਨਾਂ ਦੀ ਆਰਥਿਕਤਾ ਦੇ ਉੱਪਰ ਵੀ? ਬਿਲਕੁਲ ਜੀ, ਬਿਲਕੁਲ ਬਹੁਤ ਮਾੜਾ ਅਸਰ ਆ ਉਹਨਾਂ ਦੀ ਆਰਥਿਕਤਾ ਦੇ ਉੱਪਰ ਵੀ। ਪਰ ਹੁਣ ਉਹ ਕਰਨ ਵੀ ਕੀ ਕਰਨ? ਦੇਖੋ, ਸਰਕਾਰ ਨੇ ਸਾਡੇ ਲਈ ਅੱਜ ਤੱਕ ਕੁਛ ਨਹੀਂ ਕੀਤਾ ਹਨਾ। ਪੰਜਾਬ ਸਰਕਾਰ ਨੇ ਨਾ, ਅਕਾਲੀ ਦਲ ਸਰਕਾਰ ਨੇ, ਨਾ ਕਾਂਗਰਸ ਸਰਕਾਰ ਨੇ ਥਰਡ ਜੈਂਡਰ ਲੋਕਾਂ ਲਈ ਕੁਛ ਨਹੀਂ ਕੀਤਾ। ਮੈਂ ਵੀ ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹਾਂ,
ਉਹਨਾਂ ਲੋਕਾਂ ਲਈ, ਹਨਾ, ਕਿ ਸਾਡੀ ਕਮਿਊਨਿਟੀ ਲਈ ਕੁਝ ਕੀਤਾ ਜਾਵੇ। ਜਦੋਂ ਸਾਡੀ ਕਮਿਊਨਿਟੀ ਲਈ ਨਹੀਂ ਕੀਤਾ ਤਾਂ ਮੈਂ ਲੋਕਾਂ ਲਈ ਸੰਘਰਸ਼ ਕਰਨਾ ਸ਼ੁਰੂ ਕਰਤਾ ਵੀ ਸ਼ਾਇਦ ਚੱਲ ਮੇਰੇ ਲਈ ਨਹੀਂ ਤਾਂ ਇਹਨਾਂ ਲਈ ਤਾਂ ਕੁਝ ਕਰ ਦੇਵੇ ਸਰਕਾਰ। ਪਰ ਮੈਂ ਫਿਰ ਵੀ ਜਦੋਂ ਵੀ ਮੈਂ ਬਿਆਨ ਦਿੰਦੀ ਹਾਂ, ਮੈਂ ਇਹ ਗੱਲ ਕਹਿ ਦਿੰਦੀ ਹਾਂ ਵੀ ਜੇਕਰ ਜਿਵੇਂ ਹੁਣ ਕਰੋਨਾ ਵਾਇਰਸ ਚੱਲ ਪਿਆ ਨਾ, ਤਾਂ ਕਰੋਨਾ ਵਾਇਰਸ ਦੇ ਵਿੱਚ ਵੀ ਅਸੀਂ ਸਰਕਾਰ ਦੇ ਐਜ਼ ਵਲੰਟੀਅਰ ਫਿਰ ਵੀ ਡਿਊਟੀ ਕਰਨ ਲਈ ਮੈਂ ਤਿਆਰ ਬੈਠੀ ਹਾਂ। ਜਿੱਥੇ ਕਰੋਨਾ ਵਾਇਰਸ ਪੇਸ਼ੈਂਟਾਂ ਨੂੰ ਸਾਂਭਣ ਦੀ ਲੋੜ ਪਵੇ ਤਾਂ ਮੈਂ ਫਿਰ ਵੀ ਤਿਆਰ ਬੈਠੀ ਹਾਂ। ਮੈਂ ਬੇਝਿਜਕ ਬੇਪਰਵਾਹ ਹੋ ਕੇ ਅੱਜ ਵੀ ਸਰਕਾਰ ਦੀ ਮਦਦ ਲਈ ਤਿਆਰ ਹਾਂ। ਮੀਨਸ ਤੁਸੀਂ ਇਹ ਚਾਹੁੰਦੇ ਕਿ ਜੇ ਇਸ ਦੌਰ ਦੇ ਵਿੱਚ ਵੀ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਪੈਂਦੀ ਹੈ ਸਰਕਾਰ ਨੂੰ, ਤੇ ਤੁਸੀਂ ਜਿਹੜੇ ਹੈਗੇ ਆ ਉਹ ਸੇਵਾਵਾਂ ਜਿਹੜੀਆਂ ਕਰਨ ਦੇ ਲਈ ਤਿਆਰ ਹੋ। ਬਿਲਕੁਲ ਜੀ। ਅੱਛਾ ਜਸਲੀਨ, ਜਿਵੇਂ ਅਸੀਂ ਹਮੇਸ਼ਾ ਦੇਖਦੇ ਹਾਂ ਕਿ ਤੁਸੀਂ ਸਮਾਜਿਕ ਮੁੱਦਿਆਂ ਦੇ ਉੱਤੇ ਬੋਲਦੇ ਰਹਿੰਦੇ ਹੋ, ਆਪਣੀ ਰਾਏ ਜਿਹੜੀ ਲਗਾਤਾਰ ਰੱਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ, ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਸਾਰਾ ਕੁਝ ਤੁਸੀਂ ਵਿਵਾਦਾਂ ਦੇ ਵਿੱਚ ਰਹਿਣ ਦੇ ਲਈ ਜਾਂ ਪ੍ਰਸਿੱਧੀ ਖੱਟਣ ਦੇ ਲਈ ਕਰ ਰਹੇ ਹੋ। ਸੋ ਇਹਦੇ ਤੇ ਤੁਹਾਡਾ ਕੀ ਕਹਿਣਾ ਹੈ? ਦੇਖੋ, ਪ੍ਰਸਿੱਧੀ ਦਾ ਮੈਂ ਤਾਂ ਖੱਟਾਂ ਜੀ ਜੇ ਮੇਰਾ ਕੋਈ ਵੀ ਅੱਗੇ ਪਿੱਛੇ ਹੋਵੇ, ਹਨਾ, ਮੇਰੇ ਮਾਂ ਪਿਓ ਨੇ, ਮੇਰੇ ਭੈਣ ਭਾਈ ਨੇ, ਹਨਾ, ਪਰ ਮੇਰਾ ਆਪਣਾ ਕੋਈ ਬੱਚਾ ਤਾਂ ਹੈ ਨਹੀਂਗਾ ਨਾ। ਜੇ ਮੈਂ ਜਿਸ ਬੱਚੇ ਦੀ, ਜਿਹੜੇ ਬੱਚੇ ਦਾ ਮੇਰੇ ਅੱਗੇ ਵੰਸ਼ ਚੱਲੂਗਾ ਨਾ, ਤੇ ਮੇਰਾ ਤਾਂ ਕੋਈ ਬੱਚਾ ਨਹੀਂ ਹੋਊਗਾ। ਤਾਂ ਜਿਹੜਾ ਕਹੇ ਕਿ ਹਾਂ ਸਾਡੀ ਮਾਂ ਨੇ ਜਾਂ ਮੇਰੇ ਪਿਓ ਨੇ ਇਹ ਕੁਝ ਕੀਤਾ, ਪ੍ਰਸਿੱਧੀ ਖੱਟੀ, ਇਹਦੇ ਵਿੱਚ ਮੈਂ ਕਿਵੇਂ ਕਹਿ ਸਕਦੀ ਹਾਂ? ਕੋਈ ਮੇਰੇ ਤੇ ਕਿਵੇਂ ਐਲੀਗੇਸ਼ਨ ਲਾ ਸਕਦਾ ਕਿ ਤੁਸੀਂ ਪ੍ਰਸਿੱਧੀ ਖੱਟਣ ਲਈ ਕਰ ਰਹੇ ਹੋ? ਨਹੀਂ, ਇਹ ਮੈਂ ਲੋਕਾਂ ਫੇਮਸ ਹੋਣਾ, ਕਈ ਲੋਕਾਂ ਦੀ ਅੰਦਰੂਨੀ ਚਾਹ ਹੁੰਦੀ ਹੈ ਕਿ ਮੈਂ ਪ੍ਰਸਿੱਧ ਹੋਵਾਂ, ਮੈਨੂੰ ਲੋਕ ਜਾਣਦੇ ਹੋਣ, ਕਿ ਜਾਂ ਇਹ ਜਿਹੜਾ ਸੰਘਰਸ਼ ਤੁਸੀਂ ਕਰਦੇ ਆ ਕਿਤੇ ਇਹ ਤਾਂ ਨਹੀਂ ਕਿ ਸਿਰਫ ਮੀਡੀਆ ਦੀਆਂ ਸੁਰਖੀਆਂ ਬਣ ਕੇ ਰਹਿ ਜਾਂਦਾ ਆ, ਤੁਸੀਂ ਜ਼ਮੀਨੀ ਪੱਧਰ ਤੇ ਕੁਝ ਨਹੀਂ ਕਰਦੇ ਹੈਗੇ। ਜੇ ਤੁਸੀਂ ਗਰੀਬਾਂ ਲਈ ਕੁਝ ਕਹਿ ਰਹੇ ਕਿ ਸਰਕਾਰ ਜਿਹੜੀ ਬਾਤ ਨਹੀਂ ਪੁੱਛ ਰਹੀ ਹੈਗੀ, ਜਾਂ ਕੋਈ ਵੀ ਜਿਹੜੀਆਂ ਤੁਸੀਂ ਗੱਲ ਕਰਦੇ ਆ, ਜਾਂ ਥਰਡ ਜੈਂਡਰ ਦੀ ਜੇਕਰ ਅਸੀਂ ਗੱਲ ਕਰੀਏ, ਤਾਂ ਕੀ ਉਹ ਜ਼ਮੀਨੀ ਪੱਧਰ ਤੇ ਵੀ ਕੋਸ਼ਿਸ਼ ਕਰਦੇ ਰਹਿੰਦੇ ਆ ਤੁਸੀਂ ਕਿ ਛੋਟੇ ਮੋਟੇ ਜਿਹੜੇ ਅਫਸਰ ਨੇ ਉਹਨਾਂ ਨੂੰ ਮਿਲਿਆ ਜਾਵੇ ਜਾਂ ਦਫ਼ਤਰਾਂ 'ਚ ਜਾਇਆ ਜਾਵੇ, ਪੇਪਰ ਜਮ੍ਹਾਂ ਕਰਾਏ ਜਾਣ? ਇਹ ਅਸਲ ਦੇ ਵਿੱਚ ਸੰਘਰਸ਼ ਹੁੰਦਾ ਆ, ਕਿਉਂਕਿ ਕਹਿ ਦੇਣਾ ਤੇ ਕਰਨਾ ਉਹਦੇ 'ਚ ਫਰਕ ਰਹਿੰਦਾ। ਤਾਂ ਕੀ ਇਹਦੇ ਨਾਲ ਇਹ ਚੀਜ਼ਾਂ ਤੁਸੀਂ ਕਰ ਵੀ ਰਹੇ ਹੋ? ਬਿਲਕੁਲ ਜੀ, ਬਿਲਕੁਲ ਕਰ ਵੀ ਰਹੀ ਹਾਂ। ਜਿੱਦਾਂ ਦੇਖੋ, ਪਹਿਲੀ ਗੱਲ, ਮੈਂ ਤਾਂ ਇੱਕ ਬਹੁਤ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਨਾ, ਤੇ ਮੇਰੀ ਇੱਕ ਮਤਲਬ ਕਿ ਕਹਿ ਸਕਦੇ ਹਾਂ ਨਾ, ਮਤਲਬ ਕਿ ਇੱਕ ਰੋਜ਼ੀ ਰੋਟੀ ਆ ਉਹ ਇੱਕ ਕਮਾਉਣ ਤੇ ਖਾਣ ਨਾਲ ਚੱਲਦੀ ਆ। ਕੋਈ ਬੰਦਾ ਕਿੰਨਾ ਕੁ ਕਮਾ ਕੇ ਕਿੰਨੀ ਕੁ ਲੋਕਾਂ ਦੀ ਹੈਲਪ ਕਰ ਸਕਦਾ, ਇਹ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਸਕਦੇ ਹੋ। ਰਹੀ ਗੱਲ ਹੈਲਪ ਦੀ, ਜਿੱਥੋਂ ਤੱਕ ਮੇਰੇ ਤੋਂ ਹੁੰਦਾ ਮੈਂ ਉੱਥੇ ਤੱਕ ਜ਼ਰੂਰ ਹੈਲਪ ਕਰਦੀ ਹਾਂ। ਜਿੱਥੋਂ ਕਿ ਮੈਨੂੰ ਲੱਗਦਾ ਕਿ ਮੈਂ ਇੰਨੀ ਕੁ ਹੈਲਪ ਕਰ ਸਕਦੀ ਹਾਂ ਕਿਸੇ ਦੀ, ਉਨੀ ਕੁ ਮੈਂ ਹੈਲਪ ਕਰਦੀ ਰਹਿੰਦੀ ਹਾਂ। ਰਹੀ ਗੱਲ ਅਫਸਰਸ਼ਾਹੀ ਦੀ, ਕਈ ਵਾਰ ਲੋਕ ਕਹਿੰਦੇ ਨੇ ਕਿ ਹਾਂਜੀ ਮੈਮ ਸਾਡੇ ਨਾਲ ਇੱਥੇ ਚੱਲਿਓ, ਸਾਡਾ ਕੰਮ ਨਹੀਂ ਬਣ ਰਿਹਾ, ਤੁਸੀਂ ਸਾਡੇ ਨਾਲ ਚੱਲ ਚਲੋ। ਉਹ ਫਿਰ ਮੈਂ ਉਹਨਾਂ ਨੂੰ ਹੱਥ ਜੋੜ ਕੇ ਕਹਿ ਰਹੀ ਹਾਂ ਜੀ ਕਰ ਦਿਓ ਬਾਬਾ ਜੀ ਕੰਮ ਇਹਨਾਂ ਦਾ। ਉਹ ਫਿਰ ਕਹਿੰਦੇ ਹਾਂਜੀ ਜਸਲੀਨ ਤੁਸੀਂ ਆਏ ਹੋ, ਥੋੜਾ ਕਰ ਦਿੰਦੇ ਹਾਂ ਜੀ। ਮੈਂ ਕਹਿੰਦੀ ਪਹਿਲਾਂ ਹੀ ਕਿਉਂ ਨਾ ਕੀਤਾ ਤੁਸੀਂ ਨੇ? ਅੱਛਾ, ਸੋ ਕੋਸ਼ਿਸ਼ ਤੁਸੀਂ ਪੂਰੀ ਕਰਦੇ ਆ? ਬਿਲਕੁਲ ਜੀ, ਬਿਲਕੁਲ। ਦੇਖੋ, ਜਿੱਥੇ ਲੋੜ ਪੈਂਦੀ ਹੈ ਜੀ ਮੈਂ ਉੱਥੇ ਬਿਲਕੁਲ ਕਰਦੀ ਹਾਂ। ਮੈਂ ਹੱਕ ਸੱਚ ਲਈ ਲੜ ਰਹੀ ਹਾਂ ਜਿਸ ਟਾਈਮ, ਤੇ ਹੱਕ ਸੱਚ ਲਈ ਲੜਦੀ ਹੀ ਰਵਾਂਗੀ। ਬਿਲਕੁਲ। ਅੱਛਾ ਜਸਲੀਨ, ਇਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕਡਾਊਨ ਦਾ ਟਾਈਮ ਚੱਲ ਰਿਹਾ, ਜਾਂ ਅਸੀਂ ਕਰੋਨਾ ਵਾਇਰਸ ਦਾ ਇਹ ਦੌਰ ਕਹਿ ਲਈਏ, ਹੈ ਨਾ, ਤਾਂ ਇਹਦੇ ਵਿੱਚ ਬਹੁਤ ਸਾਰਾ ਅਸੀਂ ਦੇਖਿਆ ਕਿ ਰਿਸ਼ਤੇ ਜਿਹੜੇ ਨੇ ਲੋਕਾਂ ਦੇ ਤਾਰ-ਤਾਰ ਹੋ ਗਏ ਨੇ। ਕੋਈ ਡੈੱਡ ਬੋਡੀਜ਼ ਨੂੰ ਅਪਣਾ ਨਹੀਂ ਰਿਹਾ, ਹੈ ਨਾ, ਉਹਨਾਂ ਦੇ ਉਹ ਆਪਣੇ ਜਿਹੜੀ ਸਾਰੀ ਉਮਰ, ਸਾਰੀ ਜ਼ਿੰਦਗੀ ਉਹਨਾਂ ਦੇ ਲਈ ਗਾਲ ਦਿੱਤੀ, ਪਰ ਅੱਜ ਉਹਨਾਂ ਤੋਂ ਹੀ ਪਿੱਛਾ ਜਿਹੜਾ ਛੁਡਵਾ ਰਹੇ ਨੇ। ਹਸਪਤਾਲਾਂ ਦਾ ਮੰਦਾ ਹਾਲ ਹੈ, ਔਰ ਲੋਕ ਪੁਲਿਸ ਦੀ ਗੱਲ ਨਹੀਂ ਮੰਨ ਰਹੇ, ਪੁਲਿਸ ਵਾਲੇ ਧੱਕਾਸ਼ਾਹੀ ਕਰ ਰਹੇ ਨੇ। ਸੋ ਬਹੁਤ ਕੁਝ ਇਸ ਦੌਰ ਦੇ ਵਿੱਚ ਜਿਹੜਾ ਹੋ ਰਿਹਾ ਹੈਗਾ ਆ। ਤੁਸੀਂ ਇਸ ਜਿਹੜਾ ਸਾਰਾ ਵਰਤਾਰਾ ਵਾਪਰ ਰਿਹਾ ਇਹਨੂੰ ਕਿਵੇਂ ਦੇਖਦੇ ਆ? ਦੇਖੋ ਜੀ, ਇਸ ਟਾਈਮ ਤਾਂ ਨਾ ਮਤਲਬ ਕਿ ਸਾਰਿਆਂ ਨੂੰ ਤਾਂ ਪਹਿਲੀ ਗੱਲ ਕਰੋਨਾ ਵਾਇਰਸ ਤਾਂ ਨਹੀਂ, ਵਾਇਰਸ ਤੋਂ ਮਤਲਬ ਜਿਹੜਾ ਵਾਇਰਸ ਦੀ ਮੌਤ ਤੋਂ ਹੋਣ ਦਾ ਡਰ ਖਾ ਰਿਹਾ ਕਿ ਅਸੀਂ ਜਿਹਦੇ ਵਿੱਚ ਵਾਇਰਸ ਆਣਾ ਸਾਡੀ ਡੈਥ ਹੋ ਜਾਣੀ ਆ। ਸਭ ਲੋਕਾਂ ਨੂੰ ਇਹ ਬਹੁਤ ਡਰ ਖਾ ਰਿਹਾ, ਜਿਸ ਕਾਰਨ ਇਹ ਦੇਖੋ ਤੁਸੀਂ ਆਪ ਦੇਖਿਆ ਵੀ ਲਹੂ ਚਿੱਟਾ ਹੋ ਗਿਆ, ਹਨਾ, ਡੈਡ ਬੋਡੀਜ਼ ਨੂੰ ਅਪਣਾ ਨਹੀਂ ਰਹੇ, ਹਨਾ, ਸੰਸਕਾਰ ਤੱਕ ਨਹੀਂ ਕਰ ਰਹੇ। ਬਹੁਤ ਇਹੋ ਜਿਹੀਆਂ ਦੇਖੀਆਂ ਤੁਸੀਂ ਸੁਰਖੀਆਂ ਆਪਾਂ ਸੁਣਦੇ ਆ ਰਹੇ ਹਾਂ ਨਾ। ਤਾਂ ਲਹੂ ਤਾਂ ਆਲਰੇਡੀ ਪਹਿਲੇ ਤਾਂ ਹੋ ਚੁੱਕਿਆ ਸੀ ਜੀ। ਜੀ। ਤੇ ਇਸ ਕਰਕੇ ਹਨਾ ਮਤਲਬ ਕਿ ਮੈਂ ਇਹ ਕਹਿੰਦੀ ਹਾਂ ਕਿ ਇਹਦੇ ਤੋਂ ਪਹਿਲਾਂ ਵੀ, ਲੋਕਡਾਊਨ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿੰਨੇ ਸਾਡੇ ਰਿਸ਼ਤੇ ਨੇ। ਅੱਜ ਕੱਲ ਜਿਹੜੀ ਸਾਡੀ ਸੋਸ਼ਲ ਮੀਡੀਆ ਕਹਿ ਲਓ ਨਾ, ਜਾਂ ਸਾਡੀਆਂ ਐਡਵਾਂਸ ਟੈਕਨੋਲੋਜੀਆਂ ਕਹਿ ਲਓ, ਉਹਨੇ ਸਾਡੇ ਰਿਸ਼ਤਿਆਂ ਨੂੰ ਆਲਰੇਡੀ ਪਿੱਛੇ ਕਰਤਾ। ਕੋਈ ਐਸਾ ਸਮਾਂ ਹੁੰਦਾ ਸੀ, ਕਹਿੰਦੇ ਸੀਗੇ ਹਨਾ, ਨਾਨਕੇ ਜਾਣਾ, ਭੂਆ ਕੋਲ ਜਾਣਾ, ਬੜੇ ਐਵੇਂ ਦੇ ਚਾਲ ਆੜਦੇ ਸੀ। ਅੱਜ ਕੱਲ ਤਾਂ ਜੀ ਕੋਈ ਕਿਸੇ ਨੂੰ ਦੇਖ ਕੇ, ਮਤਲਬ ਕਿ ਕਹਿ ਲਓ ਮਹਿੰਗਾਈ ਨੇ ਕਹਿ ਲਓ ਲੋਕਾਂ ਦਾ ਬੁਰਾ ਹਾਲ ਕਰਤਾ, ਜਾਂ ਸਾਡਾ ਮੈਂਟਲ ਲੈਵਲ ਆ ਉਹ ਇਹੋ ਜਿਹਾ ਹੋ ਗਿਆ ਨਾ। ਅਸੀਂ ਆਲਰੇਡੀ ਆਪਣੇ ਆਪ ਤੋਂ ਹੀ, ਸਾਨੂੰ ਕਈ ਵਾਰ ਤਾਂ ਅਸੀਂ ਆਪਣੇ ਆਪ ਤੋਂ ਵੀ ਖਿਜਣ ਲੱਗ ਜਾਂਦੇ ਹਾਂ, ਅਸੀਂ ਇਹੋ ਜਿਹੀ ਸਿਚੁਏਸ਼ਨ ਚ ਆ ਗਏ ਮਤਲਬ। ਬਿਲਕੁਲ।
ਸੋ ਤੁਹਾਨੂੰ ਲੱਗਦਾ ਕਿ ਇਹ ਦੌਰ ਦੇ ਵਿੱਚ ਜਿਹੜਾ ਲੋਕਾਂ ਦਾ ਰਵੱਈਆ ਕਾਫੀ ਬਦਲਿਆ ਕਿ ਜਾਂ ਪਹਿਲਾਂ ਵੀ ਇਦਾਂ ਦਾ ਹੀ ਸੀਗਾ? ਦੇਖੋ ਪਹਿਲਾਂ ਵੀ ਸੀ, ਹੁਣ ਹੋਰ ਚੇਂਜ ਹੋ ਗਿਆ ਸਭ। ਸਗੋਂ ਇਹ ਤਾਂ ਰਵੱਈਏ 'ਚ ਵਾਧਾ ਹੋਇਆ ਹੈ ਕਿ ਹਾਂ ਬਸ ਮਤਲਬ ਬੋਲ ਚਾਲ ਨਹੀਂ ਰੱਖਣੀ, ਕਿਸੇ ਨੂੰ ਬੁਲਾਉਣਾ ਨਹੀਂ। ਇਹ ਐਵੇਂ ਦੀਆਂ ਹੁਣ ਦਿੱਕਤਾਂ ਹੋਰ ਵੀ ਅਗਲੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਹੁਣ ਕਿਸੇ ਕੋਲ ਪੈਸਾ ਹੈਗਾ, ਕਿਸੇ ਕੋਲ ਨਹੀਂ ਹੈਗਾ, ਅਗਲੇ ਨੂੰ ਬਹੁਤ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਰਿਹਾ। ਜੀ, ਤੇ ਜਸਲੀਨ ਤੁਸੀਂ ਵੀ ਇਸ ਵੇਲੇ ਆਪਣੇ ਜਿਹੜੇ ਕੰਮ ਤੇ ਨਹੀਂ ਜਾ ਰਹੇ ਸੀ ਹੈ ਨਾ, ਜਿਵੇਂ ਤੁਸੀਂ ਕੇਅਰ ਟੇਕਰ ਦੀ ਜਿਹੜੀ ਹੈਗੀ ਜੌਬ ਕਰਦੇ ਸੀਗੇ, ਸੋ ਇਸ ਵੇਲੇ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਸਮਾਂ ਬਿਤਾ ਰਹੇ ਆ ਤੇ ਕਿਹੜੀਆਂ ਉਹ ਦਿੱਕਤਾਂ ਨੇ ਜਿਨ੍ਹਾਂ ਦਾ ਸਾਹਮਣਾ ਕਰ ਰਹੇ ਹੋ? ਦੇਖੋ ਜੀ, ਫਾਈਨੈਂਸ਼ੀਅਲੀ ਪ੍ਰੋਬਲਮਸ ਕਰਕੇ ਮੈਂ ਆਪਣਾ ਮਤਲਬ ਬੜਾ ਲਾਈਫ ਨੂੰ ਔਖਾ ਤਰੀਕੇ ਨਾਲ ਜਿਉ ਰਹੀ ਹਾਂ ਨਾ। ਚਲੋ ਇੰਨਾ ਕੁ ਪਰਮਾਤਮਾ ਦਾ ਸ਼ੁਕਰ ਹੈ ਕਿ ਦੋਨੋਂ ਟਾਈਮ ਦੀ ਰੋਟੀ ਦੇ ਰਿਹਾ, ਪਰਮਾਤਮਾ ਦਾ ਲੱਖਾਂ ਵਾਰੀ ਧੰਨਵਾਦ ਆ। ਇਨਸਾਨ ਤਾਂ ਜੀ ਕਦੇ ਰੱਜਦਾ ਹੀ ਨਹੀਂ ਹੈ ਜੀ। ਇਨਸਾਨ ਉਹ ਆ ਜੀ ਜਿਹਦੀਆਂ ਕਦੇ ਲੋੜਾਂ ਦੀ ਪੂਰੀ ਹੋ ਹੀ ਨਹੀਂ ਸਕਦੀ ਜੀ। ਤੇ ਇਸ ਕਰਕੇ ਚਲੋ ਜੋ ਵੀ ਸੀ ਮਾਲਕ ਦੀ ਮੌਜ ਸੀ ਜੀ। ਮੈਂ ਤਾਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਹੀ ਰਹਿ ਕੇ ਗੱਲ ਕਹੂੰਗੀ ਕਿ ਪਰਮਾਤਮਾ ਮਾਲਕਾ ਤੇਰੀ ਮਰਜ਼ੀ ਦੀ। ਦੇਖੋ ਜਦੋਂ ਪੱਥਰ 'ਚ ਗੁਰਬਾਣੀ 'ਚ ਆਉਂਦਾ ਇੱਕ ਮਹਾਰਾਜ ਜੀ ਕਹਿੰਦੇ ਕਿ ਪੱਥਰ ਦੇ ਵਿੱਚ ਵੀ ਬੈਠਿਆਂ ਨੂੰ ਖਾਣ ਨੂੰ ਦਿੰਦਾ ਏ, ਤਾਂ ਜਸਲੀਨ ਦੇ ਤਾਂ ਫਿਰ ਵੀ ਰੱਬ ਨੇ ਹੱਥ ਪੈਰ ਲਾਏ ਨੇ, ਤਾਂ ਕਮਾ ਕੇ ਖਾ ਸਕਦੀ ਆ। ਠੀਕ ਆ ਉਹ ਨਹੀਂ ਇਸ ਟਾਈਮ ਕਮਾ ਸਕਦੀ, ਲੋਕਡਾਊਨ ਚੱਲ ਰਿਹਾ, ਚਲੋ ਪਰਮਾਤਮਾ ਦਾ ਸ਼ੁਕਰ ਆ ਕਿ 2 ਟਾਈਮ ਦੀ ਰੋਟੀ ਦੇ ਰਿਹਾ। ਬਿਲਕੁਲ ਉਹੀ ਨਾ ਕਿ ਅਸੀਂ ਕਮਾ ਸਕਦੇ ਹਾਂ, ਸਾਡੇ ਕੋਲ ਕਾਫੀ ਸੁਵਿਧਾਵਾਂ ਨੇ, ਅਸੀਂ ਹਲੇ ਨਾਬਰ ਨਹੀਂ ਆ, ਅਸੀਂ ਇੰਨਾ ਜ਼ਿਆਦਾ ਜਿਹੜੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ, ਹਾਲਾਤ ਫਿਰ ਤੋਂ ਚੰਗੇ ਹੋ ਜਾਣਗੇ। ਅੱਛਾ ਜਸਲੀਨ, ਜਿਵੇਂ ਤੁਸੀਂ ਹਮੇਸ਼ਾ ਹੀ ਅਸੀਂ ਦੇਖਿਆ ਕਿ ਸਮਾਜਿਕ ਮੁੱਦੇ ਜਿਹੜੇ ਉਹ ਚੱਕਦੇ ਰਹਿੰਦੇ ਹੋ, ਉਹ ਚਾਹੇ ਕਿਸੇ ਨਾਲ ਅਨਿਆਂ ਹੋ ਰਿਹਾ ਆ, ਉਹ ਚਾਹੇ ਕਿਸੇ ਵੀ ਤਰੀਕੇ ਦਾ ਹੋਵੇ, ਤੁਸੀਂ ਹਮੇਸ਼ਾ ਉਹਦੇ ਤੇ ਆਪਣੀ ਆਵਾਜ਼ ਬੁਲੰਦ ਕਰਦੇ ਆ। ਇਸ ਵੇਲੇ ਇਸ ਲੋਕਡਾਊਨ ਦੇ ਟਾਈਮ ਦੇ ਵਿੱਚ ਉਹ ਕਿਹੜੀਆਂ ਚੀਜ਼ਾਂ ਤੁਸੀਂ ਨੋਟ ਕੀਤੀਆਂ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਗਲਤ ਹੋ ਰਿਹਾ ਆ ਜਾਂ ਇਹ ਜਿਹੜਾ ਵਿਸ਼ਾ ਆ ਇਹਦੇ ਤੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ? ਦੇਖੋ ਜੀ, ਇਸ ਟਾਈਮ ਤਾਂ ਸਾਰੇ ਵਿਸ਼ੇ ਨੇ, ਕਿਸੇ ਵੀ ਤੁਸੀਂ ਟੌਪਿਕ ਤੇ ਮੇਰੇ ਨਾਲ ਗੱਲ ਕਰ ਲਓ, ਮੈਂ ਉਸੇ ਟੌਪਿਕ ਤੇ ਤੁਹਾਨੂੰ ਹਰੇਕ ਗੱਲ ਦਾ ਜਵਾਬ ਦੇ ਦੂੰਗੀ। ਕੁਝ ਵੀ ਸਹੀ ਨਹੀਂ ਹੋ ਰਿਹਾ, ਚਾਹੇ ਸਟੱਡੀ ਨੂੰ ਲੈ ਕੇ ਆ, ਚਾਹੇ ਨਸ਼ਿਆਂ ਦੇ ਉੱਤੇ ਲੈ ਕੇ ਆ, ਚਾਹੇ ਜਿਹੜੇ ਨਵੇਂ ਸ਼ਿਵ ਸੈਨਾ ਵਾਲਿਆਂ ਨੇ ਪੰਗਾ ਪਾਇਆ ਉਹਦੇ ਰਣਜੀਤ ਬਾਵੇ ਦੇ ਗਾਣੇ ਨੂੰ ਲੈ ਕੇ ਆ, ਕਿਸੇ ਵੀ ਟੌਪਿਕ ਤੇ ਮੇਰੇ ਨਾਲ ਗੱਲ ਕਰ ਲਓ, ਮੈਂ ਤੁਹਾਨੂੰ ਉਸੇ ਟੌਪਿਕ ਤੇ ਜਵਾਬ ਦੇ ਦੂੰਗੀ ਵੀ ਇਹਦਾ ਆਏ। ਦੇਖੋ ਹੁਣ ਸਟੱਡੀ ਦੀ ਜੇ ਗੱਲ ਕਰੀ ਜਾਵੇ ਨਾ, ਸਟੱਡੀ ਨੂੰ ਸਰਕਾਰ ਨੇ ਇੱਕ ਬਿਆਨ ਦਿੱਤਾ ਹੈ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਤੁਸੀਂ ਥੋੜੇ ਦਿਨ ਪਹਿਲਾਂ ਸੁਣਿਆ ਕਿ ਸ਼ਰਾਬ ਦੀ ਹੋਮ ਡਿਲੀਵਰੀ ਹੋਣੀ ਚਾਹੀਦੀ ਹੈ, ਵੀ 2 ਬੋਟਲਸ ਤੁਹਾਡੇ ਘਰ ਪਹੁੰਚਾਉਣੀ ਜੀ। ਤੁਸੀਂ ਦੇਖਿਆ ਸੁਰਖੀਆਂ 'ਚ ਵੀ ਆਇਆ, ਕੈਪਟਨ ਸਾਹਿਬ ਨੇ ਇਹ ਗੱਲ ਕਿਉਂ ਨਹੀਂ ਕੀਤੀ ਕਿ ਕਿਤਾਬਾਂ ਦੀ ਵੀ ਹੋਮ ਡਿਲੀਵਰੀ ਹੋ ਸਕਦੀ ਹੈ, ਜਦੋਂ ਆਨਲਾਈਨ ਸਟੱਡੀ ਹੋ ਸਕਦੀ ਹੈ ਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਕਿਤਾਬਾਂ ਨਹੀਂ ਪਹੁੰਚਾਈਆਂ ਜਾ ਸਕਦੀਆਂ। ਬਿਲਕੁਲ ਇਹ ਵੀ ਤਾਂ ਹੋ ਸਕਦਾ ਸੀ ਨਾ ਜੀ, ਪਰ ਨਹੀਂ, ਸਰਕਾਰ ਨੂੰ ਸਿਰਫ ਆਪਣਾ ਫਾਇਦਾ ਚੱਕਣ 'ਚ ਮਤਲਬ ਕਿ ਲੱਗੀ ਹੋਈ ਆ। ਸਰਕਾਰ ਬਿਆਨਬਾਜ਼ੀਆਂ 'ਚ ਕਰ ਰਹੀ ਆ। ਹਰਸਿਮਰਤ ਕੌਰ ਬੀਬੀ ਨੇ ਬਿਆਨ ਦਿੱਤਾ ਥੋੜੇ ਦਿਨ ਪਹਿਲਾਂ ਕਿ ਉਹਨਾਂ ਨੇ 900 ਕਰੋੜ ਰੁਪਇਆ ਸਾਨੂੰ ਰਾਹਤ ਕੋਸ਼ ਫੰਡ ਦਿੱਤਾ ਜੀ, ਪਰ ਸਾਡੇ ਤੱਕ ਰੁਪਈਆ ਨਹੀਂ ਕਿਸੇ ਤੱਕ ਪਹੁੰਚਿਆ, ਆਮ ਜਨਤਾ ਨੂੰ ਕੋਈ ਪੈਸਾ ਹੀ ਨਹੀਂ ਮਿਲਿਆ। ਕੈਪਟਨ ਸਾਹਿਬ ਕਹਿੰਦੇ ਉਹਨਾਂ ਨੇ ਸਾਡਾ GST ਫੰਡ ਦੇਣਾ ਸੀਗਾ ਜੀ, ਅਸੀਂ ਉਹ ਦਿੱਤਾ ਸਾਨੂੰ, ਮੈਂ ਸਰਕਾਰ ਬਹੁਤ ਘਾਟੇ 'ਚ ਚਲਾ ਰਿਹਾ। ਵੀ ਜੇ ਤੁਸੀਂ ਘਾਟੇ 'ਚ ਚਲਾ ਰਹੇ ਹੋ ਤੁਸੀਂ ਤਾਂ ਸਰਕਾਰ ਨੂੰ ਛੱਡ ਦਿਓ, ਅਸਤੀਫਾ ਕਿਉਂ ਨਹੀਂ ਦਿੰਦੇ? ਦੁਬਾਰਾ ਵੀ ਤਾਂ ਇਲੈਕਸ਼ਨ 6 months ਦਾ ਜਿਹੜਾ 6 ਮਹੀਨੇ ਦਾ ਰਾਸ਼ਟਰਪਤੀ ਰਾਜ ਲਾਗੂ ਹੋ ਚੁੱਕਾ, ਉਹ ਤੋਂ ਬਾਅਦ ਦੁਬਾਰਾ ਵੋਟਾਂ ਪੈ ਜਾਣਗੀਆਂ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਰਕਾਰ ਨੂੰ ਨਹੀਂ ਵਧੀਆ ਢੰਗ ਨਾਲ ਚਲਾ ਰਹੇ ਤਾਂ ਤੁਸੀਂ ਛੱਡ ਦਿਓ। ਤਾਂ ਤੁਹਾਡੇ ਅਨੁਸਾਰ ਜਿਹੜਾ ਇਹ ਦੌਰ ਹੈ ਇਹਦੇ ਵਿੱਚ ਜਿਹੜੀਆਂ ਬਿਆਨਬਾਜ਼ੀਆਂ ਸਰਕਾਰ ਵੱਲੋਂ ਹੋ ਰਹੀਆਂ ਨੇ ਉਹ ਗਲਤ ਨੇ, ਔਰ ਸਰਕਾਰ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖ ਰਹੇ ਹੈਗੇ ਆ? ਕਿਉਂਕਿ ਕਾਫੀ ਪ੍ਰਸ਼ੰਸਾ ਵੀ ਹੁੰਦੀ ਰਹੀ ਹੈ ਸਰਕਾਰ ਦੀ ਕਿ ਲੋਕਡਾਊਨ ਜਲਦੀ ਕਰ ਦਿੱਤਾ, ਜਿਸ ਤੋਂ ਬਾਅਦ ਵਿੱਚ ਕਰੋਨਾ ਜਿਹੜਾ ਉਹ ਇੰਨਾ ਫੈਲਿਆ ਨਹੀਂ ਆ। ਜਾਂ ਪੰਜਾਬ ਦੀ ਗੱਲ ਕਰ ਲਈਏ, ਚਾਹੇ ਅਸੀਂ ਇੰਡੀਆ ਦੀ ਗੱਲ ਕਰ ਲਈਏ, ਸੋ ਕਾਫੀ ਤਾਰੀਫਾਂ ਵੀ ਸਰਕਾਰ ਨੇ ਬਟੋਰੀਆਂ ਨੇ। ਬਿਲਕੁਲ ਦੇਖੋ ਹੁਣ ਦੇਖੋ ਤੁਸੀਂ, ਜਦੋਂ ਗਿਣਤੀ ਦਾ 200 ਸੀਗੀ ਜੀ ਪੰਜਾਬ 'ਚ ਕਰੋਨਾ ਵਾਇਰਸ ਦੀ, ਉਦੋਂ ਕਿੰਨਾ ਸਖਤੀ ਨਾਲ ਲਾਕਡਾਊਨ ਕੀਤਾ ਗਿਆ ਸੀ ਨਾ, ਪਰਿੰਦਾ ਵੀ ਪਰ ਨਹੀਂ ਸੀ ਮਾਰ ਰਿਹਾ। ਅੱਜ ਗਿਣਤੀ 2000 ਦੇ ਲਵੇ ਲੱਗ ਗਈ ਤੇ ਅੱਜ ਕਹਿੰਦੇ ਨੇ ਜੀ ਹੁਣ ਲਾਕਡਾਊਨ ਆ ਜਿਹੜਾ ਉਹ ਕਿੰਨਾ ਖੁੱਲਿਆ ਹੋਇਆ, ਤੁਹਾਨੂੰ ਪਤਾ ਹੀ ਆ ਕਿ ਆਮ ਸੜਕਾਂ ਦੇ ਲੋਕ ਘੁੰਮ ਰਹੇ ਨੇ, ਮੁਲਾਜ਼ਮ ਡਿਊਟੀਆਂ ਕਰ ਰਹੇ ਨੇ, ਪਰ ਉਹ ਕਿਸੇ ਨੂੰ ਕੁਝ ਕਹਿ ਨਹੀਂ ਰਹੇ ਕਿਉਂਕਿ ਉਹਨਾਂ ਨੇ ਢਿੱਲ ਦਿੱਤੀ ਹੋਈ ਆ। ਜੇਕਰ ਉਹਨਾਂ ਨੂੰ ਉੱਤੋਂ ਅਥਾਰਟੀ ਢਿੱਲ ਦੇਣ ਦੀ, ਤਾਂ ਹੀ ਉਹਨਾਂ ਨੇ ਢਿੱਲ ਦਿੱਤੀ ਆ ਨਾ ਜੀ। ਪਰ ਜਸਲੀਨ, ਲੋਕ ਵੀ ਤਾਂ ਘਰਾਂ ਦੇ ਵਿੱਚ ਰਹਿ ਕੇ ਉੱਕ ਚੁੱਕੇ ਸੀਗੇ, ਉਹ ਚਾਹੁੰਦੇ ਸੀ ਕੰਮਾਂ ਕਾਰਾਂ ਤੇ ਜਾਣ, ਲਗਾਤਾਰ ਉਹਨਾਂ ਦੀ ਆਰਥਿਕਤਾ ਜਿਹੜੀ ਸੀਗੀ ਉਹ ਘਾਟੇ 'ਚ ਜਾ ਰਹੀ ਸੀਗੀ ਤੇ ਖੁਦ ਹੀ ਘਰਾਂ ਤੋਂ ਬਾਹਰ ਨਿਕਲਣਾ ਚਾਹੁੰਦੇ ਸੀ। ਸਰਕਾਰ ਨੇ ਵੀ ਸਿਰਫ ਆਰਥਿਕਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਝ ਰਿਆਇਤਾਂ ਦਿੱਤੀਆਂ ਨੇ, ਤੇ ਕੀ ਲੱਗ ਰਿਹਾ ਲੋਕ ਹੁਣ ਫੋਲੋ ਨਹੀਂ ਕਰ ਰਹੇ ਕਰੋਨਾ ਨੂੰ ਲੈ ਕੇ ਜਿੰਨਾ ਕੁ ਇਹਤਿਆਤ ਵਰਤਣਾ ਚਾਹੀਦਾ?
ਦੇਖੋ ਜੀ, ਜੇ ਰਾਈਟ ਪਹਿਲਾਂ ਇੱਕ ਸਿਸਟਮ ਬਣਾਇਆ ਜਾਂਦਾ ਨਾ ਜੀ, ਜਦੋਂ ਗਿਣਤੀ ਸਿਰਫ 2 4 10 ਗਿਣਤੀ ਸੀਗੀ, 50 ਸੀ ਜਾਂ 100 ਸੀਗੀ ਗਿਣਤੀ, ਉਦੋਂ ਹੀ ਰੱਖ ਕੇ ਨਾ ਲਾਕਡਾਊਨ ਰੱਖਦੇ। ਪਰ ਕੁਛ ਮਤਲਬ ਕਿ ਆਲਰੇਡੀ ਕੋਈ ਸਿਸਟਮ ਬਣਾਉਂਦੇ, ਕੋਈ ਹੁਣ ਦੇਖੋ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ ਨਾ, ਉਹਨਾਂ ਨੇ ਕਿੰਨੇ ਵਧੀਆ ਸਿਸਟਮ ਕਰਤੇ ਕਿ ਕੇਜਰੀਵਾਲ ਕੋਲ ਪੈਸਾ ਕਿੱਥੋਂ ਆ ਰਿਹਾ ਇਸ ਟਾਈਮ। ਸਾਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਪੈਸੇ ਤੇ ਪੈਸਾ ਮੰਗ ਰਿਹਾ, ਉਹਨੂੰ ਕਿੰਨੇ ਲੋਕਾਂ ਨੇ ਕਰੋੜਾਂ ਰੁਪਈਆ ਫੰਡ ਦਿੱਤਾ, ਉਹ ਕਿੱਥੇ ਚਲੇ ਗਿਆ ਪੈਸਾ? ਕਰੋੜਾਂ ਰੁਪਈਆ ਕਿਸੇ ਐਕਟਰਾਂ ਨੇ ਦਿੱਤਾ ਹਨਾ, ਉਹ ਸਾਰਾ ਪੈਸਾ ਕਿੱਥੇ ਚਲੇ ਗਿਆ? ਉਹ ਵੰਡੇ ਹੀ ਨਹੀਂ ਗਿਆ, ਸਗੋਂ ਪੈਸਾ ਉਹ ਤਾਂ ਖਾ ਗਏ ਇਹ ਪੈਸਾ ਲੁੱਟ ਲੁੱਟ ਕੇ ਜੀ। ਤੇ ਜੇ ਜੀ ਸਿਸਟਮ ਬਿਲਕੁਲ, ਵਧੀਆ ਹੁੰਦਾ ਮਜ਼ਦੂਰ ਜਿਹੜੇ ਨੇ ਵਾਪਸ ਜਾ ਰਹੇ ਨੇ ਆਪਣੇ ਦੇਸ਼ਾਂ ਨੂੰ, ਉਹਨਾਂ ਦੀਆਂ ਜਾਨਾਂ ਜਾ ਰਹੀਆਂ ਨੇ। ਜਾਂ ਸਾਰੀਆਂ ਸਟੇਟਸ ਕੋਲ ਕਹਿ ਲਓ ਵੀ ਪੀਸੀਐਸ ਆਫੀਸਰਸ ਨੇ, ਵਧੀਆ ਆਈਪੀਐਸ ਆਫੀਸਰਸ ਨੇ, ਜਿਹੜੇ ਇੱਕ ਵਧੀਆ, ਮੈਂ ਕਹਿੰਦੀ ਇੱਕ ਵਧੀਆ ਰੂਲਸ ਰੈਗੂਲੇਸ਼ਨ ਬਣਾ ਸਕਦੇ ਸੀਗੇ, ਵਧੀਆ ਇੱਕ ਨੀਤੀ ਬਣਾ ਸਕਦੇ ਸੀ ਵੀ ਲਾਕਡਾਊਨ ਜਿਹੜਾ ਉਹ ਇੰਨੇ ਟਾਈਮ ਹੀ ਰੱਖਿਆ ਜਾਊਗਾ, ਉਹਦੇ ਤੋਂ ਬਾਅਦ ਇਹਨਾਂ ਸ਼ੌਪਸ ਨੂੰ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਆ, ਇੰਨੇ ਟਾਈਮ ਤੁਸੀਂ ਜਾ ਸਕਦੇ ਹੋ ਹਨਾ, ਐਵੇਂ ਤੁਸੀਂ ਮਾਸਕ ਪਾ ਸਕਦੇ ਹੋ, ਐਵੇਂ ਤੁਸੀਂ ਆਪਣੇ ਕੰਮ ਵੀ ਕਰ ਸਕਦੇ ਹੋ। ਇਹਨਾਂ ਨੇ ਤਾਂ ਇੱਕ ਵਾਰ ਤਾਂ ਦੇਖੋ ਬਿਲਕੁਲ ਹੀ ਬੰਦ ਕਰਤਾ, ਫਿਰ ਤਾਂ ਹੋਣਾ ਹੀ ਸੀ ਜੀ ਇਹ ਕੋਈ ਨਾ ਕੋਈ। ਜੀ, ਸੋ ਤੁਹਾਨੂੰ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉੱਪਰ ਥੱਲੇ ਹੋ ਰਹੀਆਂ ਨੇ, ਜਿਨ੍ਹਾਂ ਦਾ ਨਤੀਜਾ ਜਿਹੜਾ ਅੱਗੇ ਜਾ ਕੇ ਗਲਤ ਦੇਖਣ ਨੂੰ ਮਿਲੇਗਾ? ਜੇਕਰ ਅਸੀਂ ਹੁਣ ਜਿਹੜੀ ਸ਼ਰਾਬ ਦੀ ਵੀ ਹੋਮ ਡਿਲੀਵਰੀ ਦੀ ਜਿਹੜੀ ਗੱਲ ਹੋ ਰਹੀ ਹੈ ਕਿ ਦੇਸ਼ ਦੀ ਆਰਥਿਕਤਾ ਦੇ ਵਾਸਤੇ ਇਹਨੂੰ ਜ਼ਰੂਰੀ ਕੀਤਾ ਗਿਆ ਆ, ਉਹਦੇ ਨਾਲ ਵੀ ਕਾਫੀ ਸਾਰਾ ਜਿਹੜਾ ਕ੍ਰਾਈਮ ਆ ਵੱਧ ਸਕਦਾ ਹੈ, ਕਿਉਂਕਿ ਲੋਕਾਂ ਕੋਲੋਂ ਪਹਿਲਾਂ ਤੋਂ ਹੀ ਪੈਸੇ ਨਹੀਂ ਨੇ। ਕੱਲ ਤੁਸੀਂ ਦੇਖਿਆ ਹੋਣਾ ਕਿ ਪਰਸੋਂ ਰਾਜਪੁਰਾ ਦੇ ਵਿੱਚ, ਪਰਸੋਂ ਪਤਾ ਨਹੀਂ ਕੱਲ, ਇੱਕ ਫੈਕਟਰੀ ਫੜੀ ਹੈ ਸ਼ਰਾਬ ਦੀ, ਤੇ ਉੱਥੇ ਜਿਹੜੀ ਸ਼ਰਾਬ ਬਣਾਉਣ ਦੀ ਮਸ਼ੀਨਰੀ ਸੀ ਉਹ ਬੜੀ ਆਧੁਨਿਕ ਮਸ਼ੀਨਰੀ ਸੀ। ਅੱਛਾ ਜੀ। ਤੇ ਜੇਕਰ ਉਹਦੇ ਵਿੱਚ ਕਿਹਦਾ ਨਾਮ ਦੇਖਿਆ ਜਾਵੇ ਨਾ ਵੀ ਪ੍ਰਸ਼ਾਸਨ ਨੇ ਉਹ ਹੁਣ ਫੈਕਟਰੀ ਫੜੀ ਆ, ਕਿ ਉਹਨੂੰ ਲਾਉਣ ਵਿੱਚ ਵੀ ਟਾਈਮ ਲੱਗਿਆ ਹੋਣਾ। ਹੁਣ ਇੰਨੇ ਦਿਨ ਲਾਕਡਾਊਨ ਚੱਲ ਰਿਹਾ ਕਿ ਸ਼ਰਾਬ ਉਸ ਟਾਈਮ ਵਿਕਣੀ ਸੀ, ਠੇਕੇ ਬੰਦ ਸੀਗੇ, ਫਿਰ ਵੀ ਉੱਥੋਂ ਸ਼ਰਾਬ ਨਿਕਲ ਰਹੀ ਸੀ ਜੀ। ਇਹ ਸਭ ਸਰਕਾਰ ਦੀ ਦੇਖੋ ਜੀ ਮਿਲੀਆਂ ਭੁਗਤਾਂ ਨੇ, ਔਰ ਸਾਨੂੰ ਸਾਰਿਆਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਜੀ। ਅੱਛਾ, ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਕੀ ਹੋ ਰਿਹਾ ਕਿ ਬਹੁਤ ਸਾਰੇ ਲੋਕ ਨਾ ਘਰਾਂ ਦੇ ਵਿੱਚ ਰਹਿ ਕੇ ਵੀ ਤੰਗ ਸੀਗੇ ਕਾਫੀ ਜ਼ਿਆਦਾ ਹਨਾ, ਉਸ ਤੋਂ ਬਾਅਦ ਹੀ ਹੁਣ ਕੁਝ ਰਿਆਇਤਾਂ ਦੇ ਨਾਲ ਲਾਕਡਾਊਨ ਦੇ ਵਿੱਚ ਢਿੱਲ ਵੀ ਦਿੱਤੀ ਗਈ ਹੈ। ਸੋ ਕੀ ਲੱਗ ਰਿਹਾ ਤੁਹਾਨੂੰ, ਤੁਹਾਡੇ ਆਪਣੇ ਵਾਸਤੇ ਘਰ 'ਚ ਰਹਿਣਾ ਔਖਾ ਆ? ਦੇਖੋ, ਕਿਸੇ ਵੀ ਪਰਸਨ ਲਈ ਜਿਹੜੇ ਰੂਟੀਨ ਵਰਕ ਦੇ ਮਤਲਬ ਕੰਮ ਕਰਨ ਜਾਂਦੇ ਨੇ, ਜਿਵੇਂ ਹੁਣ ਮੈਂ ਆ ਜਾਂ ਕੁਝ ਹੋਰ ਨੇ, ਕਿਸੇ ਲਈ ਵੀ ਦੇਖੋ ਜਾਣਾ ਔਖਾ ਹੀ ਸੀ, ਮਤਲਬ ਘਰ ਵਿੱਚ ਰਹਿਣਾ ਔਖਾ ਹੀ ਹੋ ਗਿਆ ਸੀ ਨਾ। ਵੈਸੇ ਵੀ ਬੰਦਾ, ਮੈਂ ਸੋਚਦੀ ਹਾਂ ਜੇ ਮੈਂ ਇੱਕ ਮਤਲਬ ਇੱਕ ਆਪਣੇ ਇੱਕ ਪ੍ਰੋਫੈਸ਼ਨਲ ਦੇ ਤੌਰ ਤੇ ਸੋਚਾਂ ਨਾ, ਤਾਂ ਵੈਸੇ ਹੀ ਬੰਦਾ ਘਰ ਦੇ ਵਿੱਚ ਰਹਿਣ ਨਾਲ ਮੈਂਟਲੀ ਡਿਸਟਰਬ ਹੋ ਜਾਂਦਾ ਹੈ ਜੀ। ਕੋਈ ਸਿਸਟਮ ਬਣਾਉਣਾ ਚਾਹੀਦਾ ਸੀ ਨਾ ਸਰਕਾਰ ਨੂੰ, ਜੇ ਸਾਡੀ ਸਰਕਾਰ ਚਾਹੁੰਦੀ ਤਾਂ ਜਦੋਂ ਉਸ ਗਿਣਤੀ ਥੋੜੀ ਸੀ ਤਾਂ ਉਦੋਂ ਇੱਕ ਸਿਸਟਮ ਬਣਾਇਆ ਜਾਂਦਾ ਵੀ ਯਾਰ ਲਾਕਡਾਊਨ ਖੁੱਲਾ ਵੀ ਆ, ਲਾਕਡਾਊਨ ਬੰਦ ਵੀ ਆ, ਉਦੋਂ ਇੱਕ ਵਧੀਆ ਸਿਸਟਮ ਹੁੰਦਾ। ਪੂਰੀ ਤਰੀਕੇ ਦੇ ਨਾਲ ਲੋਕਾਂ ਨੂੰ ਘਰਾਂ 'ਚ ਨਾ ਬਿਠਾਇਆ ਜਾਂਦਾ, ਕੁਝ ਲੋਕ ਕੰਮ ਤੇ ਜਾਂਦੇ ਰਹਿੰਦੇ, ਕਿਉਂਕਿ ਬਹੁਤ ਸਾਰੇ ਜੌਬਸ ਖਤਰੇ ਤੇ ਪੈ ਗਈਆਂ ਨੇ, ਬਹੁਤ ਸਾਰੇ ਲੋਕਾਂ ਦੀਆਂ ਤਨਖਾਹਾਂ ਘੱਟ ਹੋ ਰਹੀਆਂ ਨੇ, ਮਤਲਬ ਬਹੁਤ ਜ਼ਿਆਦਾ ਪਰਿਵਾਰ ਦੇ ਵਿੱਚ ਜੇ ਅਸੀਂ ਕਹੀਏ ਤੇ ਤਣਾਅ ਜਿਹੜਾ ਆ ਉਹ ਲੋਕਾਂ ਦੇ ਵਿੱਚ ਕਾਫੀ ਵਧਿਆ ਆ ਇਹਨਾਂ ਕੁਝ ਜਿਹੜਾ ਸਮਾਂ ਜਿਹੜਾ ਇਹ ਲਾਕਡਾਊਨ ਦਾ ਰਿਹਾ ਆ, ਇਹਦੇ ਦੌਰਾਨ ਹਲੇ ਵੀ ਕਿਹਾ ਜਾ ਰਿਹਾ ਕਿ ਅਗਲੇ ਵੀ 2-3 ਮਹੀਨੇ ਤੱਕ ਇਹ ਵੱਧ ਸਕਦਾ ਆ। ਸੋ ਇਹ ਸਾਰਾ ਮਤਲਬ ਕਿ ਟੈਨਸ਼ਨ ਬਹੁਤ ਜ਼ਿਆਦਾ ਲੈ ਕੇ ਆਏਗਾ ਫੈਮਲੀਜ਼ ਦੇ ਵਾਸਤੇ। ਜੀ ਮੈਂ ਤਾਂ ਇਹਦੇ ਵਿੱਚ, ਮੇਰੇ ਤਾਂ ਕੋਈ ਸ਼ਬਦ ਹੈ ਹੀ ਨਹੀਂ, ਇਹ ਉਸ ਪਰਮਾਤਮਾ ਦੀਆਂ ਮਰਜ਼ੀਆਂ ਨੇ, ਜਿਵੇਂ ਉਹਨੂੰ ਚੰਗਾ ਲੱਗਦਾ ਹਨਾ ਉਵੇਂ ਬਸ ਉਹ ਤਾਂ ਬਹਾਨੇ ਬਣਾਉਂਦਾ ਜੀ, ਇਹ ਚਾਈਨਾ ਨੇ ਬਣਾਤਾ ਜੀ, ਉਹਦੀ ਮੌਜ ਹੈ ਜੀ, ਜਿਵੇਂ ਉਹਨੂੰ ਚੰਗਾ ਲੱਗਦਾ ਤਾਂ ਉਵੇਂ ਕਰਦਾ ਜੀ। ਅੱਛਾ, ਇਹਨਾਂ ਦਿਨਾਂ ਦੇ ਵਿੱਚ ਪੁਲਿਸ ਦੀ ਭੂਮਿਕਾ ਕਿਵੇਂ ਦੇਖਦੇ ਹੋ? ਕਿਉਂਕਿ ਕਾਫੀ ਲੰਬੀਆਂ ਡਿਊਟੀਜ਼ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਨੇ, ਬਟ ਫਿਰ ਵੀ ਉਹਨਾਂ ਦੇ ਰਵੱਈਏ ਦੇ ਉੱਤੇ ਲੋਕਾਂ ਵੱਲੋਂ ਇਤਰਾਜ਼ ਵੀ ਲਗਾਤਾਰ ਕੀਤਾ ਗਿਆ ਆ। ਦੇਖੋ ਜੀ, ਜੇ ਮੈਂ ਪੁਲਿਸ ਨੂੰ ਕਹਾਂ ਹਨਾ, ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਸਲੂਟ ਮਾਰਦੀ ਹਾਂ ਜੀ ਪੰਜਾਬ ਪੁਲਿਸ ਨੂੰ ਸਾਡੀ, ਜਿਹਨੇ ਇੰਨੀ ਤਨਦੇਹੀ ਨਾਲ ਮਤਲਬ ਕਿ ਆਪਣੀ ਜਾਨ ਦੀ ਤੇ ਆਪਣੇ ਬੱਚਿਆਂ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਡਿਊਟੀਆਂ ਦੀ। ਤੇ ਰਹੀ ਗੱਲ ਹਨਾ, ਆਪਾਂ ਸਾਰਿਆਂ ਨੂੰ ਇੱਕੋ ਹੀ ਉਹਦੇ 'ਚ ਨਹੀਂ ਤਾਣੇ ਬਾਣੇ 'ਚ ਤਾਣ ਸਕਦੇ, ਕੁਛ ਚੰਗੇ ਲੋਕ ਵੀ ਨੇ, ਕੁਛ ਮਾੜੇ ਵੀ ਨੇ ਹਨਾ, ਹਰੇਕ ਦੀ ਆਪਣੀ ਆਪਣੀ ਦੇਖਣੀ, ਆਪਣੀ ਆਪਣੀ ਕਹਿਣੀ, ਆਪਣੀ ਆਪਣੀ ਸੁਣਨੀ, ਕਿਉਂ ਕੋਈ ਕਿਸੇ ਨੂੰ ਕਿਵੇਂ। ਪੁਲਿਸ ਦਾ ਰਵੱਈਆ ਵਧੀਆ ਸੀ ਜੀ ਹਨਾ, ਕਿਤੇ ਕਿਤੇ ਸਖਤੀ ਵੀ ਦਿਖਾਈ ਉਹਨਾਂ ਨੇ ਹਨਾ, ਵਧੀਆ ਸੀ ਲਾਕਡਾਊਨ ਵਿੱਚ। ਤੇ ਮਤਲਬ ਕਿ ਕਹਿ ਲਓ ਉਹਨਾਂ ਨੂੰ ਸੈਲਰੀਜ਼ ਵਿਚਾਰੇ, ਜੇ ਮੈਂ ਗੱਲ ਕਰਦੀ ਹਾਂ ਕਹਿੰਦੇ ਸਾਨੂੰ ਸੈਲਰੀਜ਼ ਨਹੀਂ ਮਿਲ ਰਹੀਆਂ ਹਨਾ, ਤੇ ਮਤਲਬ ਕਿ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਇਹ ਸੈਲਰੀਜ਼ ਦੇਣ, ਸਗੋਂ ਬਣਦੇ ਮਾਣ ਭੱਤੇ ਤੋਂ ਵੱਧ ਹੀ ਦੇਣ,
ਜਿੰਨਾ ਉਹਨਾਂ ਦਾ ਬਣਦਾ ਉਹ ਤੋਂ ਜ਼ਿਆਦਾ ਦੇਣ, ਤੇ ਫਿਰ ਵੀ ਉਹਨਾਂ ਨੇ ਵਧੀਆ ਡਿਊਟੀਆਂ ਕੀਤੀਆਂ, ਮੁਲਾਜ਼ਮਾਂ ਦੀਆਂ ਦੂਰ ਦੂਰ ਡਿਊਟੀਆਂ ਲੱਗ ਗਈਆਂ, ਕੋਈ ਕਿਤੇ ਜਾਂਦਾ ਸੀ, ਕੋਈ ਕਿਤੇ, ਮਤਲਬ ਕਿ ਕਾਫੀ ਉਹਨਾਂ ਲਈ ਮੈਂ ਕਹਿੰਦੀ ਹਾਂ ਪਰੇਸ਼ਾਨੀ ਦਾ ਕਾਰਨ ਬਣਿਆ ਲੋਕਡਾਊਨ। ਕਿਉਂਕਿ ਅੱਗੇ ਕੀ ਹੁੰਦਾ ਸੀ, ਜੇ ਮੁਲਾਜ਼ਮਾਂ ਦੀ ਡਿਊਟੀ ਵੋਟਾਂ 'ਚ ਲੱਗ ਗਈ ਜਾਂ ਕਿਤੇ ਹੋਰ ਲੱਗ ਗਈ, ਤੁਸੀਂ ਦੇਖਿਆ ਕਿ ਬੱਸ ਦੇ ਵਿੱਚ ਉਹਨਾਂ ਨੂੰ ਇੱਕ ਵਾਊਚਰ ਵਗੈਰਾ ਦੇ ਦਿੰਦੇ ਨੇ ਤੇ ਉਹ ਭਰ ਕੇ ਆਪਣੀ ਡਿਊਟੀ ਕਰਦੇ ਨੇ ਨਾ, ਕਿ ਉਹ ਬੇਫਿਕਰ ਹੋ ਕੇ। ਤੇ ਹੁਣ ਉਹਨਾਂ ਨੂੰ ਆਪਣੇ ਵਹੀਕਲਾਂ ਤੇ ਹੀ ਜਾਣਾ ਪੈ ਰਿਹਾ ਡਿਊਟੀ ਤੇ ਨਾ, ਉਹਨਾਂ ਦੀ ਜਿਹੜੀ ਆਪਣੀ ਪਾਕਟ ਆ ਉਹਦੇ ਤੇ ਜੇਬ ਦੇ ਉੱਤੇ ਵੀ ਬੜਾ ਇਹ ਵਜ਼ਨ ਪਿਆ ਇੱਕ ਤਰ੍ਹਾਂ ਦਾ, ਕਹਿ ਸਕਦੇ ਹਾਂ। ਜੀ, ਤੇ ਰਵੱਈਏ ਨੂੰ ਲੈ ਕੇ, ਪੁਲਿਸ ਦੀ ਸਖਤੀ ਨੂੰ ਲੈ ਕੇ ਬਹੁਤ ਕੁਝ ਸਾਡੇ ਸਾਹਮਣੇ ਜਿਹੜਾ ਆ ਰਿਹਾ ਸੀਗਾ, ਉਹਦੇ 'ਚ ਤੁਸੀਂ ਆਮ ਲੋਕਾਂ ਨੂੰ ਕਿਵੇਂ ਦੇਖਦੇ ਆ? ਦੇਖੋ ਜੀ, ਮੈਂ ਤਾਂ ਸੋਚਦੀ ਹਾਂ ਵੀ ਜੇਕਰ ਜਦੋਂ ਸਖਤੀ ਉਹਨਾਂ ਨੇ ਦਿਖਾਈ, ਜੇਕਰ ਉਹਨਾਂ ਨੂੰ ਤਾਂ ਆਰਡਰ ਸੀ ਵੀ ਇਹਨਾਂ ਨੂੰ ਸਖਤੀ ਦਿਖਾਓ, ਤਾਂ ਉਹਨਾਂ ਨੇ ਸਖਤੀ ਦਿਖਾਈ ਜੀ, ਹਨਾ। ਫਿਰ ਜਦੋਂ ਹੁਣ ਹਟਦੇ ਨਹੀਂ ਲੋਕੀ ਬਾਹਰ ਨਿਕਲਣ ਨੂੰ, ਹਨਾ, ਤਾਂ ਫਿਰ ਉਹਨਾਂ ਨੂੰ ਵੀ ਸਖਤੀ ਕਰਨੀ ਪਈ ਮਜਬੂਰਨ। ਜੀ, ਤੇ ਇਹਨਾਂ ਦਿਨਾਂ ਦੇ ਵਿੱਚ ਧਾਰਮਿਕ ਮਸਲੇ ਵੀ ਕਾਫੀ ਉੱਭਰੇ ਹੈਗੇ ਨੇ, ਚਾਹੇ ਕਰੋਨਾ ਦੇ ਵਿੱਚ, ਕਰੋਨਾ ਦੇ ਫੈਲਣ ਨੂੰ ਲੈ ਕੇ ਵੀ ਕਿਹਾ ਗਿਆ ਕਿ ਧਾਰਮਿਕ ਥਾਵਾਂ ਤੋਂ ਹੀ ਫੈਲ ਰਿਹਾ ਹੈਗਾ ਆ, ਜਾਂ ਆਪਸ ਦੇ ਵਿੱਚ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਦੇ ਵਾਦ ਵਿਵਾਦ ਵੀ ਚੱਲਦੇ ਰਹੇ, ਉਹਨਾਂ ਦੇ ਬਿਆਨ ਵੀ ਆਉਂਦੇ ਰਹੇ ਕਿ ਸ਼ਰਧਾਲੂ ਜ਼ਿੰਮੇਵਾਰ ਨਹੀਂ ਨੇ, ਉਹ ਚਾਹੇ ਅਲੱਗ-ਅਲੱਗ ਧਰਮਾਂ ਦੇ ਉੱਤੇ ਇਸ ਦੋਸ਼ ਨੂੰ ਮੜਿਆ ਗਿਆ ਕਿ ਕਰੋਨਾ ਨੂੰ ਉਹਨਾਂ ਵੱਲੋਂ ਫੈਲਾਇਆ ਜਾ ਰਿਹਾ ਆ। ਸੋ ਇਸ ਤਰ੍ਹਾਂ ਦੀ ਜਿਹੜੀ ਧਾਰਮਿਕ ਰਾਜਨੀਤੀ ਵੀ ਹੁੰਦੀ ਰਹੀ ਆ, ਇਹਨੂੰ ਤੁਸੀਂ ਕਿਵੇਂ ਦੇਖਦੇ ਆ? ਦੇਖੋ, ਇਹ ਜਿਹੜੇ ਮੰਤਰੀ ਨੇ ਜੀ ਸਾਡੇ, ਹਨਾ, ਉਹਨਾਂ ਨੂੰ ਤਾਂ ਕੋਈ ਗੱਲ ਮਿਲਣੀ ਚਾਹੀਦੀ ਹੈ ਜੀ, ਬਸ ਉਹਨੂੰ ਉਹਨਾਂ ਨੇ ਫਿਰ ਆਪਾਂ ਲੱਸੀ ਤੇ ਲੜਾਈ ਨੂੰ ਕਹਿੰਦੇ ਜਿੰਨਾ ਮਰਜ਼ੀ ਵਧਾ ਲਓ, ਲੱਸੀ ਦੇ ਵਿੱਚ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਲੱਸੀ ਬਣ ਜਾਣੀ ਆ, ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾਈ ਜਾਓ, ਉਹ ਕੰਮ ਇਹਨਾਂ ਦਾ। ਇਹਨਾਂ ਨੂੰ ਕੋਈ ਇਸ਼ੂ ਮਿਲਣਾ ਚਾਹੀਦਾ, ਬਸ ਇਹਨਾਂ ਨੇ ਫਿਰ ਉਹਨੇ ਬਿਆਨ ਦਿੱਤਾ, ਉਹਨੂੰ ਸਹੀ ਨਹੀਂ ਲੱਗਿਆ, ਹੋਰ ਦੂਜੇ ਨੇ ਬਿਆਨ ਦਿੱਤਾ, ਦੂਜੇ ਨੂੰ ਲੱਗਿਆ, ਤੀਜੇ ਨੇ ਦਿੱਤਾ, ਮਤਲਬ ਇਹ ਤਾਂ ਬਸ ਇੱਕ ਇਸ਼ੂ ਬਣਾਉਂਦੇ ਨੇ ਆਪਣੇ ਆਪ ਨੂੰ ਇੱਕ ਫੇਮਸ ਕਰਨ ਲਈ। ਹੁਣ ਦੇਖੋ, ਤੁਸੀਂ ਪਿਛਲੇ ਦਿਨ ਦੇਖਿਆ ਕਿ ਪੰਜਾਬ ਸਰਕਾਰ ਨੇ ਬਠਿੰਡੇ ਤੋਂ ਟ੍ਰੇਨ ਚੱਲੀ, ਜਿਹਦੇ ਵਿੱਚ ਰਾਜਾ ਵੜਿੰਗ ਨਾ ਪੈਂਪਲਰ ਵੰਡ ਰਿਹਾ ਸਾਰੇ ਮਜ਼ਦੂਰਾਂ ਨੂੰ, ਵੀ ਆਪਕਾ ਜਿਹੜਾ ਵੀ ਖਰਚਾ ਇਹ ਮਜ਼ਦੂਰਾਂ ਨੂੰ ਕਹਿ ਰਿਹਾ ਕਿ ਇਹ ਪੰਜਾਬ ਸਰਕਾਰ ਨੇ ਕੀਤਾ। ਇਹ ਦੱਸਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਵੀ ਸਰਕਾਰ ਨੇ ਕੀ ਕੀਤਾ? ਸਰਕਾਰ ਕਿਹਦੀ ਹੈ? ਸਰਕਾਰ ਕੋਲ ਪੈਸਾ ਕਿਹਦਾ ਸੀ ਜੀ? ਕੈਪਟਨ ਸਾਹਿਬ ਨੇ ਜੇਬ ਤੋਂ ਲਾਏ ਸੀ ਪੈਸੇ ਉਹ ਆਪਣੇ, ਜਾਂ ਰਾਜਾ ਵੜਿੰਗ ਨੇ ਜੇਬ ਚੋਂ ਲਾਏ ਨੇ ਪੈਸੇ ਉਹ? ਤਾਂ ਮਤਲਬ ਇਹਨਾਂ ਦਿਨਾਂ 'ਚ ਆਪਣੀ ਪ੍ਰਮੋਸ਼ਨ ਵੀ ਨਾਲ ਸਰਕਾਰ ਵੱਲੋਂ ਜਿਹੜਾ ਥੋੜਾ ਬਹੁਤਾ ਤਿਲ ਫੁੱਲ ਜਿਹੜੇ ਭੇਂਟ ਕੀਤੇ ਜਾ ਰਹੇ ਆ, ਉਹਦੇ ਲਈ ਨਾਲ ਆਪਣੀ ਸੋਭਾ ਖੱਟਣ ਦਾ ਪੂਰਾ ਜਿਹੜਾ ਹੈਗਾ ਸਰਕਾਰ ਮਨਸੂਬਾ ਬਣਾਈ ਬੈਠੀ ਹੈ। ਬਿਲਕੁਲ 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 ਜੀ, ਬਿਲਕੁਲ। ਇਹ ਤਾਂ ਤੁਹਾਨੂੰ ਪਤਾ ਹੀ ਹੈ ਜੀ, ਮਾੜੀ ਜੀ ਗੱਲ ਨੂੰ ਵਧਾ ਚੜਾ ਕੇ ਕਰਦੇ ਨੇ ਜੀ। ਅੱਛਾ ਜਸਲੀਨ, ਇਹਨਾਂ ਕਾਫੀ ਸਾਰੇ ਅਸੀਂ ਵਿਸ਼ਿਆਂ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈਗੀ ਆ, ਹੈ ਨਾ, ਤੁਹਾਡੇ ਆਸ-ਪਾਸ ਵੀ ਕਾਫੀ ਜਿਹੜੀਆਂ ਘਟਨਾਵਾਂ ਨੇ ਇਹੋ ਜਿਹੀਆਂ ਹੋਈਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਲੱਗਦਾ ਆ ਕਿ ਵਾਕਿਆ ਇਨਸਾਨੀਅਤ ਜਿਹੜੀ ਹੈ ਮਰ ਰਹੀ ਹੈਗੀ ਹੈ। ਸੋ ਇੱਦਾਂ ਦਾ ਕੀ ਇਹਨਾਂ ਦਿਨਾਂ ਦੇ ਵਿੱਚ ਦੇਖਿਆ, ਪੜ੍ਹਿਆ ਜਾਂ ਸੁਣਿਆ? ਦੇਖੋ ਜੀ, ਹਨਾ, ਤਰਸ ਆਉਂਦਾ ਹੈ ਕਈ ਵਾਰ। ਕੀ ਹੁੰਦਾ ਹੈ ਨਾ ਕਿ ਜਿਹੜੇ ਵਿਚਾਰੇ, ਜਿਵੇਂ ਹਨਾ, ਸਾਡਾ ਦੇਸ਼ ਨੂੰ ਆਜ਼ਾਦ ਹੋਏ ਨੂੰ 70 ਸਾਲ ਦੇ ਕਰੀਬ ਸਮਾਂ, ਅੱਜ ਵੀ ਸਾਡੇ ਦੇਸ਼ ਦੇ ਵਿੱਚ ਹਰ ਇੱਕ ਸ਼ਹਿਰ 'ਚ ਤੁਹਾਨੂੰ ਦੇਖਿਆ ਮਿਲ ਗਿਆ ਹੋਣਾ ਵੀ ਝੁੰਗੀਆਂ ਝੋਪੜੀਆਂ 'ਚ ਅਜੇ ਵੀ ਸਾਡੇ ਲੋਕ ਰਹਿੰਦੇ ਨੇ। ਸਾਡੇ ਉਹ ਵੀ ਤਾਂ ਇਨਸਾਨ ਨੇ ਨਾ, ਉਹਨਾਂ ਨੂੰ ਦੇਖ ਕੇ ਬੜਾ ਮਨ ਖਰਾਬ ਹੁੰਦਾ ਹੈ ਵੀ ਯਾਰ ਆਜ਼ਾਦੀ ਨੂੰ ਇੰਨੇ ਸਾਲ ਹੋ ਗਏ, ਫਿਰ ਵੀ ਸਾਡਾ ਦੇਸ਼ ਅੱਜ ਤੱਕ ਪੂਰਾ ਆਜ਼ਾਦ ਨਹੀਂ। ਸਾਡੇ ਦੇਸ਼ ਨੂੰ ਤਾਂ ਗਰੀਬੀ ਨੇ, ਭ੍ਰਿਸ਼ਟਾਚਾਰ ਨੇ, ਮਹਿੰਗਾਈ ਨੇ, ਇਹੋ ਜਿਹੇ ਮਤਲਬ ਕਿ ਮਸਲਿਆਂ ਨੇ ਅਜੇ ਵੀ ਜਕੜਿਆ ਹੋਇਆ ਹੈ। ਆਜ਼ਾਦ ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੇਰਾ ਭਾਰਤ ਦੇਸ਼ ਆਜ਼ਾਦ ਹੈ। ਸਾਨੂੰ ਭ੍ਰਿਸ਼ਟਾਚਾਰ ਨੇ ਸਾਨੂੰ ਆਜ਼ਾਦ ਖਾ ਲਿਆ ਜੀ। ਸੋ ਜਸਲੀਨ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ, ਔਰ ਕਾਫੀ ਸਾਰੇ ਵਿਸ਼ਿਆਂ ਦੇ ਉੱਤੇ ਤੁਸੀਂ ਆਪਣੀ ਜਿਹੜੀ ਰਾਏ ਰੱਖੀ ਹੈ। ਸੋ ਸਪੋਕਸਮੈਨ ਟੀਵੀ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਜਸਲੀਨ ਪਟਿਆਲਾ ਤੋਂ, ਜੋ ਕਿ ਹਮੇਸ਼ਾ ਹੀ ਵੱਖਰੇ ਵਿਸ਼ਿਆਂ ਨੂੰ ਲੈ ਕੇ ਜਾਂ ਸਮਾਜ ਦੇ ਵਿੱਚ ਜੋ ਵੀ ਕੁਰੀਤੀਆਂ ਹੁੰਦੀਆਂ ਨੇ ਉਹਨਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹੀ ਰਹਿੰਦੇ ਨੇ। ਸੋ ਅੱਜ ਅਸੀਂ ਇਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ, ਔਰ ਇਸ ਲੋਕਡਾਊਨ ਦੇ ਦਿਨਾਂ ਦੇ ਵਿੱਚ ਵੱਖ-ਵੱਖ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਦੇ ਬਾਰੇ ਦੇ ਵਿੱਚ ਕੀ ਸੋਚ ਰਹੇ ਨੇ, ਇਹਨਾਂ ਦੇ ਕੋਲੋਂ ਅਸੀਂ ਜਾਣਿਆ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਜਿਹੀਆਂ ਸਮਾਜਿਕ ਹਸਤੀਆਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਰਹੀਏ। ਤੁਸੀਂ ਜੁੜੇ ਰਹਿਣਾ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ। ਧੰਨਵਾਦ।